ਸੋ ਪਿਆਰੀ ਸਾਧ ਸੰਗਤ, ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਸੋ ਜਿਸ ਸ਼ਬਦ ਦੀ ਆਪਾਂ ਨੇ ਅੱਜ ਵਿਚਾਰ ਕਰਨੀ ਹੈ, ਉਹ ਸ਼ਬਦ ਭਗਤ ਸੈਣ ਜੀ ਦਾ ਹੈ। ਭਗਤ ਸੈਣ ਜੀ ਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਹੈ, ਜਿਹੜੇ ਕਿ ਨਾਈ ਜਾਤ ਵਿੱਚ ਪੈਦਾ ਹੋਣ ਵਾਲੇ, ਇਹ ਇੱਕ ਰਾਜੇ ਦੇ ਸ਼ਾਹੀ ਨਾਈ ਸਨ। ਰਾਜੇ ਦੇ ਨੌਕਰ ਸੈਣ ਜੀ, ਉਹਨਾਂ ਦਾ ਸ਼ਬਦ ਹੈ। ਰਾਗ ਧਨਾਸਰੀ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 695 ਤੇ ਸਵਾਈਮਾਨ ਹੈ। ਉਚਾਰਨ ਕਰੋ ਇੱਕ ਵਾਰੀ, ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਸੈਣ ਜੀ ਦਾ ਸ਼ਬਦ ਹੈ। ਧੂਪ ਦੀਪ ਕਿਰਤ ਸਾਜ ਆਰਤੀ, ਵਾਰਨੇ ਜਾਉ ਕਮਲਾਪਤੀ। ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹੋ। उत्तम दियरा निर्मल बाती, तुही निरंजन कमला पाती। रामा भगत रामानंद जानै, पूर्ण परमानंद बखानै। मदन मूर्त भै तार गोविंदे, सैन भणै भज परमानंदे। सो पवित्र बचनां दे राहीं भगत सैण जी जो फरमान करते हैं कि हे अकाल पुरख वाहिगुरू, मैं तेरा सिमरन करदा, मैं तेरी याद में जुड़िया रहना, तेरी याद में जुड़ के तेरा सिमरन करदा। बस मैं तो यही आरती करदा तेरी। देखो, ਜਿਹੜੇ ਹੋਰ ਉੱਚੀਆਂ ਜਾਤਾਂ ਵਾਲੇ ਬ੍ਰਾਹਮਣ ਮੰਦਰ ਵਿੱਚ ਜਾ ਕੇ ਆਰਤੀ ਕਰਦੇ ਹੋਣਗੇ, ਮੰਦਰਾਂ ਦੇ ਵਿੱਚ ਟੱਲੀਆਂ ਵਜਾਉਣੀਆਂ, ਧੂਪਾਂ ਲਾਉਣੀਆਂ, ਜੋਤਾਂ ਜਗਾਉਣੀਆਂ, ਬੇਅੰਤ ਘੀ ਦੀ ਵਰਤੋਂ ਹੁੰਦੀ ਹੈ, ਸ਼ੰਖ ਵੱਜਦੇ, ਸਾਜ਼ ਵੱਜਦੇ, ਬੇਅੰਤ ਫੁੱਲ ਵਰਤੇ ਜਾਂਦੇ, ਕਿੰਨਾ ਕੁਛ ਹੁੰਦਾ। ਹੁਣ ਇਹ ਭਗਤ ਸੈਣ ਆ ਜਿਹੜਾ, ਇਹ ਤਾਂ ਸ਼ੂਦਰ ਹੈ, ਨਾਈ ਹੈ, ਇਹ ਤਾਂ ਮੰਦਰ ਵਿੱਚ ਜਾ ਵੀ ਨਹੀਂ ਸਕਦਾ। ਪਰ ਇਸ ਨੂੰ ਇਤਨਾ ਕੁ ਗਿਆਨ ਜ਼ਰੂਰ ਹੈ ਕਿ ਰੱਬ ਸਾਰਿਆਂ ਦੇ ਅੰਦਰ ਹੈ, ਉਹ ਕਿਸੇ ਦੀ ਜਾਤ ਨਹੀਂ ਦੇਖਦਾ। ਕਿਉਂਕਿ ਭਗਤ ਸੈਣ ਜੀ ਨੇ ਭਗਤ ਕਬੀਰ ਸਾਹਿਬ ਜੀ ਨੂੰ ਦੇਖਿਆ ਸੀ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਕਬੀਰ ਸਾਹਿਬ ਜੀ ਦਾ ਵਾਧਾ ਪ੍ਰਤਾਪ ਦੇਖ ਕੇ ਇਸਨੇ ਵੀ ਇਹ ਸਿੱਖਿਆ ਲਈ ਕਿ ਪ੍ਰਭੂ ਦੀ ਬੰਦਗੀ ਕੋਈ ਵੀ ਕਰ ਸਕਦਾ। ਕਬੀਰ ਵੀ ਤਾਂ ਜਾਤ ਦਾ ਜਲਾਹਾ, ਗਰੀਬ, ਰੋਜ਼ ਦੀ ਰੋਜ਼ ਕਰਕੇ ਖਾਣ ਵਾਲਾ, ਜਦ ਉਹ ਉਸ ਪ੍ਰਭੂ ਦੀ ਬੰਦਗੀ ਕਰਕੇ ਇਤਨਾ ਰੋਸ਼ਨ ਹੋ ਗਿਆ, ਉਹਦੀ ਜੈ ਜੈਕਾਰ ਹੋ ਰਹੀ ਹੈ, ਮੈਂ ਕਿਉਂ ਨਹੀਂ ਸਿਮਰਨ ਕਰ ਸਕਦਾ। ਸੈਣ ਜੀ ਵੀ ਸਿਮਰਨ ਕਰਨ ਲੱਗੇ। ਦੇਖੋ, ਇਹ ਸਮਝ ਪਈ ਕਿ ਹੇ ਸੈਣ, ਜੇ ਤੈਨੂੰ ਮੰਦਰ ਵਿੱਚ ਨਹੀਂ ਵੜਨ ਦਿੰਦਾ ਕੋਈ, ਨਾ ਵੜ।
ਜੇ ਤੂੰ ਇਹਨਾਂ ਵਾਲੀ ਆਰਤੀ ਨਹੀਂ ਕਰ ਸਕਦਾ ਨਾ ਕਰ। ਉਹ ਪ੍ਰਭੂ ਤਾਂ ਤੇਰੇ ਅੰਦਰ ਹੈ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਹਰ ਥਾਂ। ਤੂੰ ਉਹਦੀ ਯਾਦ ਵਿੱਚ ਜੁੜ, ਉਹਦੀ ਯਾਦ ਨੂੰ ਹੀ ਧੂਪ ਬਣਾ ਲਾ, ਉਹਦੀ ਯਾਦ ਨੂੰ ਹੀ, ਉਹਦੇ ਸਿਮਰਨ ਨੂੰ ਹੀ ਜੋਤ ਬਣਾ ਲਾ, ਘੀ ਬਣਾ ਲਾ। ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ, ਉਹਦੇ ਗੁਣ ਗਾਉਣੇ, ਇਹੀ ਆਰਤੀ ਸਮਝ। ਬਸ ਉਹਦੀ ਯਾਦ ਵਿੱਚ ਜੁੜਿਆ ਰਹਿ, ਕਿਸੇ ਚੀਜ਼ ਦੀ ਵੀ ਜ਼ਰੂਰਤ ਨਹੀਂ ਹੈ। ਆਪਣੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਕਰ। ਇਸ ਨੂੰ ਇਹ ਸਮਝ ਪਈ, ਕਿਉਂਕਿ ਜੇ ਕੇਵਲ ਥਾਲ ਘੁਮਾ ਕੇ, ਦੀਵੇ ਲਾ ਕੇ, ਸ਼ੰਖ ਵਜਾ ਕੇ, ਸਾਜ਼ ਵਜਾ ਕੇ, ਫੁੱਲ ਅਰਪਣ ਕਰਕੇ ਮੰਦਰ ਵਿੱਚ ਜਾ ਕੇ ਹੀ ਆਰਤੀ ਹੁੰਦੀ, ਫਿਰ ਤਾਂ ਕਰੇ ਨਹੀਂ ਸੀ ਸਕਦਾ ਹੈ, ਕਿਉਂਕਿ ਮੰਦਰ ਵਿੱਚ ਵੜ ਨਹੀਂ ਸਕਦਾ ਹੈ, ਸ਼ੂਦਰ ਹੈ। ਇਸਨੇ ਦੇਖੋ ਪ੍ਰਭੂ ਦੀ ਯਾਦ ਵਿੱਚ ਜੁੜਨਾ ਸ਼ੁਰੂ ਕਰ ਦਿੱਤਾ। ਨਾਲੇ ਰਾਜੇ ਦਾ ਨੌਕਰ ਸੀ, ਰਾਜੇ ਦਾ ਸ਼ਾਹੀ ਨਾਈ ਸੀ, ਰਾਜੇ ਦੀ ਮਾਲਸ਼ ਕਰਿਆ ਕਰਦਾ ਸੀ। ਰਾਜੇ ਦੇ ਦਰਬਾਰ ਵਿੱਚ ਜਾ ਕੇ ਬੰਦਗੀ ਕਰਨ ਲੱਗ ਪਿਆ। ਜਦੋਂ ਬੰਦਗੀ ਕਰਨ ਲੱਗਿਆ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲਿਆਂ ਨਾਲ ਇਹਦਾ ਪਿਆਰ ਪੈ ਗਿਆ, ਸੰਗਤ ਜੁੜਨ ਲੱਗ ਗਈ ਇਹਦੇ ਘਰ। ਹੁਣ ਜਿਹੋ ਜਿਹਾ ਕੋਈ ਬੰਦਾ ਹੁੰਦਾ, ਉਹਦੇ ਘਰ ਵਿੱਚ ਉਹੋ ਜਿਹੇ ਬੰਦੇ ਆਉਣਗੇ। ਚੋਰਾਂ ਦੇ ਘਰ ਚੋਰ ਜਾਣਗੇ, ਮਨਮੁੱਖਾਂ ਦੇ ਘਰ ਮਨਮੁੱਖ ਜਾਣਗੇ, ਗੁਰਮੁਖਾਂ ਦੇ ਘਰ ਗੁਰਮੁਖ ਜਾਣਗੇ, ਚੰਗਿਆਂ ਦੇ ਘਰ ਚੰਗੇ ਹੀ ਜਾਣਗੇ। ਹੁਣ ਇਹ ਸਿਮਰਨ ਕਰਦਾ, ਰੱਬ ਦੀਆਂ ਗੱਲਾਂ ਕਰਦਾ। ਹੁਣ ਇਹਦੇ ਘਰ ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਗੁਰਮੁਖ ਪਿਆਰੇ ਆਉਂਦੇ ਜਾਂਦੇ ਰਹਿੰਦੇ। ਇਤਨਾ ਰੰਗ ਲੱਗਿਆ ਇਸ ਨੂੰ ਕਿ ਇੱਕ ਵਾਰੀ ਸਾਰੀ ਰਾਤ ਹੀ ਬੰਦਗੀ ਕਰਦਿਆਂ ਦੀ ਬਤੀਤ ਹੋ ਗਈ। ਗੁਰਮੁਖ ਪਿਆਰੇ, ਸੰਤ ਜਨ, ਕੀਰਤਨ ਕਰਨ ਵਾਲੇ, ਨਾਮ ਜਪਣ ਵਾਲੇ ਘਰ ਵਿੱਚ ਆਏ ਹੋਏ, ਸਾਰੀ ਰਾਤ ਹੀ ਕੀਰਤਨ ਵਿੱਚ ਲੰਘ ਗਈ। ਦਿਨ ਚੜ੍ਹ ਗਿਆ। ਜਦੋਂ ਦਿਨ ਚੜ੍ਹਿਆ, ਉਹਨਾਂ ਸੰਤ ਜਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਕੀਰਤਨ ਦੀ ਸਮਾਪਤੀ ਕਰ ਦਿਓ, ਮੈਂ ਤਾਂ ਰਾਜੇ ਦਾ ਨੌਕਰ ਹਾਂ, ਰਾਜੇ ਦੇ ਮਹਿਲਾਂ ਵਿੱਚ ਜਾਣ ਦਾ ਮੇਰਾ ਟਾਈਮ ਹੋ ਗਿਆ। ਧਿਆਨ ਹੀ ਨਹੀਂ ਹੈ ਉੱਧਰ, ਐਸਾ ਲੀਨ ਹੋਇਆ ਹੋਇਆ ਕੀਰਤਨ ਵਿੱਚ, ਕਥਾ ਵਿੱਚ। ਦੇਖੋ ਫਿਰ ਕੀ ਖੇਡ ਵਾਪਰੀ। ਅਕਾਲ ਪੁਰਖ ਵਾਹਿਗੁਰੂ ਕਿਵੇਂ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ। ਰੱਬ ਆਪ ਸੈਣ ਦਾ ਰੂਪ ਧਾਰ ਕੇ ਸੈਣ ਦੀ ਡਿਊਟੀ ਆਪ ਕੀਤੀ। ਅਕਾਲ ਪੁਰਖ ਵਾਹਿਗੁਰੂ ਨੇ ਸੈਣ ਜੀ ਦਾ ਰੂਪ ਧਾਰ ਕੇ ਰਾਜੇ ਦੀ ਮਾਲਸ਼ ਆਪ ਕੀਤੀ ਰੱਬ ਨੇ। ਸੈਣ ਜੀ ਉੱਧਰ ਕੀਰਤਨ ਵਿੱਚ ਜੁੜੇ ਹੋਏ, ਉਹ ਕੀਰਤਨ ਵਿੱਚ ਜੁੜੇ ਹੋਏ, ਸਭ ਕੁਝ ਭੁੱਲਿਆ ਹੋਇਆ ਉਹਨਾਂ ਨੂੰ ਕਿ ਮੈਂ ਰਾਜੇ ਦਾ ਨੌਕਰ, ਮੈਂ ਤਾਂ ਰਾਜੇ ਦੇ ਮਹਿਲਾਂ ਵਿੱਚ ਜਾਣਾ ਸੀ, ਮੈਂ ਡਿਊਟੀ ਕਰਨ ਗਿਆ ਹੀ ਨਹੀਂ, ਯਾਦ ਹੀ ਨਹੀਂ ਹੈ। ਉੱਧਰ ਰਾਜੇ ਦੀ ਸੇਵਾ ਰੱਬ ਨੇ ਕੀਤੀ ਸੈਣ ਦਾ ਰੂਪ ਧਾਰ ਕੇ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਰਾਜੇ ਦੀ ਮਾਲਸ਼ ਕੀਤੀ, ਜਿਸ ਰੋਗ ਦੇ ਕਾਰਨ ਰਾਜਾ ਮਾਲਸ਼ ਕਰਾਉਂਦਾ ਹੁੰਦਾ ਸੀ, ਉਹ ਰੋਗ ਵੀ ਖਤਮ ਹੋ ਗਿਆ ਰਾਜੇ ਦਾ, ਰਾਜਾ ਤੰਦਰੁਸਤ ਹੋ ਗਿਆ। ਉੱਧਰ ਸਮਾਪਤੀ ਹੁੰਦੀ ਕੀਰਤਨ ਦੀ, ਆਪਣੀ ਮਰਜ਼ੀ ਨਾਲ ਸੰਤ ਜਨ ਸਮਾਪਤੀ ਕਰਦੇ ਹਨ ਕੀਰਤਨ ਦੀ। ਉਹਨਾਂ ਨੂੰ ਵਿਦਾ ਕਰਕੇ ਨਾ, ਜਦੋਂ ਵਿਦਾ ਕਰ ਦਿੱਤੇ ਸੰਤ ਜਨ ਘਰ ਤੋਂ ਚਲੇ ਗਏ, ਕੀਰਤਨ ਕਰਨ ਵਾਲੇ, ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ ਜਦੋਂ ਘਰ ਤੋਂ ਚਲੇ ਗਏ, ਉਹਨਾਂ ਨੂੰ ਵਿਦਾ ਕੀਤਾ, ਫਿਰ ਚੇਤਾ ਆਇਆ ਕਿ ਮੈਂ ਤਾਂ ਰਾਜੇ ਦੇ ਮਹਿਲਾਂ ਵਿੱਚ ਜਾਣਾ ਸੀ। ਫਿਰ ਸ਼ਰਮਿੰਦਾ ਹੋ ਰਿਹਾ ਕਿ ਹੁਣ ਮੈਂ ਕਿਵੇਂ ਜਾਵਾਂਗਾ, ਰਾਜਾ ਪਤਾ ਨਹੀਂ ਕੀ ਕਹੇਗਾ,
ਝਿੜਕਾਂ ਪੈਣਗੀਆਂ। ਸ਼ਰਮਾਉਂਦਾ ਜਾ ਰਿਹਾ, ਜਦੋਂ ਸ਼ਰਮਾਉਂਦਾ ਜਾ ਰਿਹਾ ਕਿ ਪਤਾ ਨਹੀਂ ਕੀ ਕਹੇਗਾ। ਉੱਧਰ ਰਾਜੇ ਨੇ, ਜਦੋਂ ਰਾਜੇ ਦੇ ਸਾਹਮਣੇ ਆਇਆ, ਰਾਜੇ ਨੇ ਦੂਰੋਂ ਆਵਾਜ਼ ਮਾਰੀ, ਸੈਣ ਅੱਜ ਕਿਵੇਂ ਆ ਰਹੇ ਹੈ? ਸਿਰ ਕਿਵੇਂ ਨੀਵਾਂ ਕੀਤਾ? ਕਿਉਂਕਿ ਰਾਜੇ ਨੂੰ ਤਾਂ ਕੋਈ ਪਤਾ ਨਹੀਂ ਹੈ, ਰਾਜੇ ਦੀ ਤਾਂ ਮਾਲਸ਼ ਹੋਈ ਹੈ। ਤਾਂ ਮੈਨੂੰ ਅੱਜ ਬਸ ਅੱਜ ਇਹ ਸੈਣ ਤੈਂ ਅੱਜ ਐਸੀ ਮੇਰੀ ਮਾਲਸ਼ ਕੀਤੀ ਹੈ, ਮੇਰੇ ਤਾਂ ਰੋਗ ਦੂਰ ਹੋ ਗਿਆ, ਅੱਜ ਤੈਂ ਮਾਲਸ਼ ਬਹੁਤ ਵਧੀਆ ਕੀਤੀ। ਸੈਣ ਜੀ ਹੈਰਾਨ ਕਿ ਮੈਂ ਤਾਂ ਅੱਜ ਮਾਲਸ਼ ਕੀਤੀ ਹੋਣੀ ਹੈ। ਰਾਜਾ ਕਹਿਣ ਲੱਗਿਆ, ਸੈਣ ਜੀ ਅੱਜ ਤਾਂ ਤੁਸੀਂ ਮੇਰੀ ਮਾਲਸ਼ ਬਹੁਤ ਵਧੀਆ ਕੀਤੀ, ਮੇਰਾ ਤਾਂ ਅੱਜ ਸਾਰਾ ਰੋਗ ਦੂਰ ਹੋ ਗਿਆ। ਸੈਣ ਜੀ ਹੈਰਾਨ ਕਿ ਕੀ ਕਹਿ ਰਿਹਾ, ਸ਼ਾਇਦ ਕਿਸੇ ਨਾ ਕਿਸੇ ਢੰਗ ਨਾਲ ਮੇਰੀ ਬੇਇੱਜ਼ਤੀ ਕਰੇਗਾ। ਤਾਂ ਜਦੋਂ ਸੈਣ ਜੀ ਨੇ ਕਿਹਾ, ਰਾਜਨ ਮੈਂ ਮਾਫੀ ਮੰਗਦਾ, ਮੈਂ ਅੱਜ ਆ ਨਹੀਂ ਸਕਿਆ, ਮੈਂ ਕੀਰਤਨ ਸੁਣਦਾ ਰਿਹਾ, ਕਥਾ ਸੁਣਦਾ ਰਿਹਾ, ਮੇਰੀ ਸੁਰਤੀ ਬਿਰਤੀ ਕਥਾ ਕੀਰਤਨ ਵਿੱਚ ਲੱਗੀ ਹੋਈ ਸੀ, ਮੈਂ ਭੁੱਲ ਗਿਆ, ਮੈਨੂੰ ਮਾਫ ਕਰ ਦੇ। ਰਾਜਾ ਉੱਧਰ ਹੈਰਾਨ ਵੀ ਇੱਦਾਂ ਕਿਉਂ ਕਹਿ ਰਿਹਾ। ਤਾਂ ਜਦੋਂ ਸੈਣ ਜੀ ਨੇ ਖੋਲ੍ਹ ਕੇ ਗੱਲ ਦੱਸੀ ਕਿ ਮੈਂ ਤਾਂ ਕੀਰਤਨ ਸੁਣ ਰਿਹਾ ਸੀ, ਮੈਂ ਨਹੀਂ ਤੁਹਾਡੀ ਸੇਵਾ ਕੀਤੀ, ਮੈਂ ਨਹੀਂ ਅੱਜ ਮਾਲਸ਼ ਕੀਤੀ, ਮੇਰੀ ਮਾਲਸ਼ ਤਾਂ ਉਹ ਵਾਹਿਗੁਰੂ ਕਰ ਗਿਆ ਜਿਹਦੀ ਯਾਦ ਵਿੱਚ ਮੈਂ ਜੁੜਿਆ ਹੋਇਆ ਸੀ, ਜਿਹਦੀ ਯਾਦ ਵਿੱਚ ਮੈਂ ਜੁੜ ਕੇ ਕਥਾ ਕੀਰਤਨ ਸੁਣ ਰਿਹਾ ਸੀ। ਕਥਾ ਕੀਰਤਨ ਸੁਣਨ ਦਾ ਇੰਨਾ ਮਹਾਤਮਾ ਹੈ, ਜੇ ਬੰਦੇ ਨੂੰ ਸੁਣਨੀ ਆ ਜਾਵੇ, ਜੇ ਕੀਰਤਨ ਸੁਣਨਾ ਆ ਜਾਵੇ, ਸਾਡਾ ਧਿਆਨ ਤਾਂ ਹੋਰ ਪਾਸੇ ਹੁੰਦਾ ਕਈ ਵਾਰੀ। ਸੈਣ ਜੀ ਨੇ ਜਦੋਂ ਖੋਲ੍ਹ ਕੇ ਗੱਲ ਦੱਸੀ, ਰਾਜਾ ਹੈਰਾਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀਆਂ, ਆਪਣੀ ਵਾਰ ਦੀ ਇੱਕ ਪੌੜੀ ਦੇ ਵਿੱਚ ਪ੍ਰਸੰਗ ਲਿਖਿਆ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਾਹੁਣੇ ਹੋਆ ਕੀਰਤਨ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਸੈਣ ਰੂਪ ਹਰ ਹੋਏ ਕੇ ਆਇਆ ਰਾਣੇ ਨੂੰ ਰਿਝਾਈ, ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ, ਦੂਰੋਂ ਰਾਜੇ ਸੱਦ ਕੇ ਗਲੋਂ ਕਵਾਈ ਖੋਲ ਪਹਿਨਾਈ। ਆਪਣੀ ਪੁਸ਼ਾਕ ਰਾਜਿਆਂ ਵਾਲੇ ਕੱਪੜੇ ਖੋਲ ਕੇ ਸੈਣ ਜੀ ਦੇ ਪਵਾ ਦਿੱਤੇ ਸਨ। ਰਾਜੇ ਨੇ ਵਸ ਕੀਤਾ ਹੋ ਤੁਧ ਅਜ, ਬੋਲੇ ਰਾਜਾ ਸੁਣੇ ਲਕਾਈ, ਪ੍ਰਗਟ ਕਰੀ ਭਗਤ ਵਡਿਆਈ। ਐਸੀ ਭਗਤੀ ਕੀਤੀ ਸੈਣ ਜੀ ਨੇ। ਕੈਸੀ ਪ੍ਰਭੂ ਦੀ ਬੰਦਗੀ ਕੀਤੀ, ਸਿਮਰਨ ਕੀਤਾ। ਕਥਾ ਕੀਰਤਨ, ਜੋ ਮਨੁੱਖ ਜਿਸ ਨੂੰ ਕਥਾ ਸੁਣਨੀ ਆ ਜਾਵੇ, ਕੀਰਤਨ ਸੁਣਨਾ ਆ ਜਾਵੇ, ਬਾਣੀ ਪੜ੍ਹਨੀ ਆ ਜਾਵੇ, ਉਹਦਾ ਸਿਮਰਨ ਕਰਨ ਦੀ ਜਾਂਚ ਕੋਈ ਸਿੱਖ ਲਵੇ, ਇਹਦੇ ਵਿੱਚ ਸਭ ਕੁਝ ਆ ਜਾਂਦਾ। ਆਰਤੀ ਲਈ ਜਿਤਨਾ ਸਮਾਨ ਚਾਹੀਦਾ, ਸਾਰਾ ਸਮਾਨ ਇਹਦੇ ਵਿੱਚ ਹੀ ਆ ਜਾਂਦਾ। ਭਗਤ ਸੈਣ ਜੀ ਇਸ ਸ਼ਬਦ ਵਿੱਚ ਸਾਨੂੰ ਇਹ ਸਮਝਾਉਂਦੇ ਆ। ਕੀ ਕਹਿੰਦੇ ਹਨ? ਕਹਿੰਦੇ ਧੂਪ ਦੀਪ ਕਿਰਤ ਸਾਜ ਆਰਤੀ ਵਾਰ ਨੇ ਜਾਉ ਕਮਲਾਪਤੀ। ਹੇ ਕਮਲਾਪਤੀ, ਹੇ ਪਰਮੇਸ਼ਰ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਤੋਂ ਸਦਕੇ ਜਾਨਾ, ਬਲਿਹਾਰੇ ਜਾਨਾ, ਕੁਰਬਾਨ ਜਾਨਾ। ਤੇਰੇ ਤੋਂ ਕੁਰਬਾਨ ਹੋਣਾ, ਤੇਰੇ ਤੋਂ ਸਦਕੇ ਜਾਣਾ ਹੀ ਮੇਰੇ ਵਾਸਤੇ ਤੇਰੀ ਆਰਤੀ ਕਰਨੀ ਹੈ। ਇਹੀ ਆਰਤੀ ਹੈ। ਤੇਰੇ ਤੋਂ ਮੈਂ ਸਦਕੇ ਜਾਨਾ, ਬਲਿਹਾਰੇ ਜਾਨਾ, ਤੇਰੇ ਤੋਂ ਬਲਿਹਾਰੇ ਜਾਣਾ, ਤੇਰਾ ਨਾਮ ਜਪਣਾ, ਤੇਰਾ ਸਿਮਰਨ ਕਰਨਾ, ਤੇਰੀ ਯਾਦ ਵਿੱਚ ਜੁੜਨਾ ਹੀ ਮੇਰੇ ਕੋਲ ਧੂਪ ਹੈ। ਇਹੀ ਧੂਪ ਦਿੰਦਾ ਮੈਂ, ਇਹੀ ਦੀਪ ਹੈ, ਜੋਤ ਜਗਾਉਣਾ। ਜੋਤ ਜਗਾਉਣੀ ਵੀ ਇਹੀ ਹੈ, ਸਿਮਰਨ ਕਰਨਾ। ਕਿਰਤ ਕੀ ਭਾਵ ਧੂਪ ਦੀਪ ਕਿਰਤ ਸਾਜ, ਇਹੀ ਸਾਰਾ ਸਮਾਨ ਮੈਂ ਇਕੱਠਾ ਕੀਤਾ, ਤੇਰਾ ਸਿਮਰਨ ਕਰਨਾ।
तेरा सिमरन, तेरे सिमरन करन विच ही ये सारा समान इकट्ठा हो जाता। मैं यही आरती करदा तेरी, आ है असल आरती। ਉਹਦੀ याद ਵਿੱਚ जुड़ना, जे ਉਹਦੀ याद ਵਿੱਚ ਤਾਂ ਆਪਾਂ जुड़े नहीं। फुल भी चढ़ाइए, शंख भी बजाइए, टलियां भी बजाइए, थाल भी घुमाइए, अंदर प्यार है नहीं। हिरदे विच रब दा प्यार बनया कोई नहीं, ध्यान किते होर पासे है, फिर काहदी आरती है। भगत सियाण भी कहते हैं, कहते धूप दीप किरत साज आरती वारने जाओ कमलापति। मैं तेरे तो सदके जाना, मैं तेरे तो बलिहारे जाना, कुरबान जाना। कुरबान जाना, सदके जाना, बलिहारे जाने दे भी अर्थ की हैं? समर्पण, अपने आप को समर्पण करना गुरु के अगे, रब के अगे। तन मन धन सब सौंप गुर को हुक्म मन्निया पाइए। आप तो कहते हैं ना, मैं तेरे तो सदके जाना। सदके जाने के अर्थ बहुत डूंघे हैं। सब कुछ अर्पण करना, अपनी मर्जी छड्डनी, उसकी रजा में चलना, उसके हुक्म में चलना, उसका भाणा सत करके मनना, ये है सदके जाना, बलिहारे जाना। हे प्रभु मैं तेरे तो सदके जाना, यही मैं आरती करना। मंगला हर मंगला नित मंगल राजा राम राय को रहो। यह आरती करन दे नाल मेरे हुण मन दे अंदर, मेरे हुण हिरदे दे विच सदा ही आनंद मंगल हो रहा है। अंदर हर वक्त आनंद बनिया रहिंदा है, हर वक्त अंदर चढ़दी कला बनी रहिंदी है। नित मंगल राजा राम राय को। हे प्रभु पातशाह, हुण मेरे हिरदे घर दे विच नित ही आनंद मंगल हो रहा है, आनंद मंगल बनया होया है। हर वक्त अंदर खुशी है, हर वक्त अंदर चढ़दी कला बनी रहिंदी है। हर वक्त तेरी याद विच मेरा हिरदा, मेरा मन तेरी याद में जुड़िया रहिंदा है। हिरदे विच इतना प्यार पैदा हो गया। इदां आरती करना, तेरा सिमरन करना, उसकी याद में जुड़ना, उसनूं समझना। रहो हुण देखो अगे की कहते हैं, कहते उत्तम दियरा निर्मल बाती तुही निरंजन कमला पाती। हे प्रभु, हे लक्ष्मी दे पति प्रभु अकाल पुरख वाहिगुरू, मेरे वास्ते तू ही है निरंजन, जिसनों कोई दाग नहीं है, माया तो निर्लेप। प्रभु हे अकाल पुरख वाहिगुरू, तेरा सिमरन करना ही मेरे वास्ते उत्तम दीवा है। हुण दीवे असीं लाई जाइए, हिरदे विच सिमरन कोई नहीं है, हिरदे विच प्रभु का प्यार नहीं, वो दीवे की करनगे? हिरदे विच दीवा, हिरदे विच दीवा जल जगेगा जदों असीं गुरु के शब्द नाल जुड़ांगे। शब्द ही असल दीवा है। सतगुर शब्द उजारू दीपा, ये भी शब्द है, गुरु साहब का वचन, ये दीवा है मेरे वास्ते। हे प्रभु, तेरा सिमरन करना, तेरी याद में जुड़ना ही दीवा है, उत्तम दीवा। निर्मल बाती, तेरी याद में जुड़ना, तेरा सिमरन करना ही पवित्र बत्ती है दीवे दे विच। उसदी याद हिरदे विच पक्की करनी। जिसने अपने हिरदे विच प्रभु की याद पक्की कर ली, उसनूं होर कुछ भी करने की लोड़ नहीं है, वो कुछ भी नहीं करता। गुरु के शब्द नाल जुड़ना, गुरु की बाणी नाल जुड़ना। धन धन सतगुरु गुरु ग्रंथ साहिब महाराज के शब्द नूं समझना। जो मनुख गुरु के शब्द नूं समझण लग गया ना, उसकी सारी दौड़ भज खत्म हो जाती है। वो किते थां थां नहीं फिर मत्थे रगड़ेगा, किधरे किधरे नहीं घूमेगा। पर जिसने गुरु के शब्द नूं नहीं जानिया, गुरु के शब्द नूं विचारिया नहीं है, उसनूं कोई रोक नहीं सकता। उसकी भटकना खत्म हो ही नहीं सकती, जिन्ना मर्जी कोई उसनूं समझाई जाए, नहीं समझेगा वो।
ਬਹੁਤ ਬੰਦੇ ਇਹ ਜਿਹੇ ਉਹਨਾਂ ਨੂੰ ਸਮਝ ਹੀ ਨਹੀਂ ਪੈਂਦੀ। ਉਹ ਸਭ ਪਾਸੇ ਮੱਥਾ ਵੀ ਟੇਕੀ ਜਾਂਦੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੀ ਜਾਂਦੇ, ਹੋਰ ਪਾਸੇ ਵੀ ਘੁੰਮੀ ਜਾਂਦੇ। ਉਹਨਾਂ ਨੂੰ ਰੋਕ ਨਹੀਂ ਸਕਦਾ ਕੋਈ, ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ ਨੂੰ ਸਮਝ ਨਹੀਂ ਪੈ ਰਹੀ। ਉਹਨਾਂ ਨੂੰ ਗੁਰੂ ਦੇ ਸ਼ਬਦ ਦੀ ਸਮਝ ਨਹੀਂ ਪੈ ਰਹੀ, ਗੁਰੂ ਦੇ ਸ਼ਬਦ ਨੂੰ ਸਮਝ ਨਹੀਂ ਰਿਹਾ, ਵਿਚਾਰ ਨਹੀਂ ਰਿਹਾ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਬਹੁਤ ਸਾਰੇ ਬੰਦੇ ਤੁਸੀਂ ਦੇਖੇ ਰਹੇ, ਗੁਰਦੁਆਰੇ ਵੀ ਆਉਂਦੇ, ਅਖੰਡ ਪਾਠ ਵੀ ਕਰਾਉਂਦੇ, ਸਹਿਜ ਪਾਠ ਵੀ ਕਰਾਉਂਦੇ, ਮੱਥਾ ਵੀ ਟੇਕਦੇ, ਫਿਰ ਵੀ ਸਭ ਪਾਸੇ ਘੁੰਮੇ ਆਉਂਦੇ, ਫਿਰ ਵੀ ਹੋਰ ਜਗ੍ਹਾ ਮੱਥਾ ਟੇਕੀ ਜਾਂਦੇ। ਬਹੁਤ ਬੰਦੇ ਐਸੇ, ਕਸੂਰ ਨਹੀਂ ਹੈ ਉਹਨਾਂ ਦਾ। ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕਿਓ ਨਹੀਂ ਹੋਈ, ਉਹਨਾਂ ਨੇ ਪ੍ਰਭੂ ਨੂੰ ਜਾਣਿਆ ਹੀ ਨਹੀਂ ਹੈ। ਕਿਉਂ ਨਹੀਂ ਜਾਣਿਆ? ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਨਹੀਂ ਸਮਝਿਆ। ਆਪਾਂ ਬੈਠ ਕੇ ਗੁਰੂ ਦੇ ਸ਼ਬਦ ਨੂੰ ਸਮਝਣ ਦਾ ਯਤਨ ਕਰਦੇ ਹਾਂ। ਗੁਰਮੁਖ ਪਿਆਰਿਓ, ਜਿਸ ਨੂੰ ਸਮਝ ਆ ਗਿਆ ਨਾ, ਉਹ ਥਾਂ 'ਤੇ ਭਟਕੇਗਾ ਨਹੀਂ, ਉਹਦੀ ਸਾਰੀ ਭਟਕਣਾ ਖਤਮ ਹੋ ਜਾਏਗੀ। ਪਰ ਜਿਸ ਨੂੰ ਗੁਰੂ ਦੀ ਬਾਣੀ ਸਮਝ ਨਹੀਂ ਆਈ, ਜਿਹੜਾ ਗੁਰੂ ਦੀ ਬਾਣੀ ਨਾਲੋਂ ਟੁੱਟਿਆ ਹੋਇਆ, ਉਸ ਨੂੰ ਰੋਕ ਨਹੀਂ ਸਕਦਾ, ਉਹ ਥਾਂ ਭਟਕਦਾ ਹੀ ਰਹੇਗਾ। ਫਿਰ ਇਹ ਭਟਕਣਾ ਇੱਥੇ ਤੱਕ ਨਹੀਂ ਰਹਿਣੀ, ਫਿਰ ਇਹ ਜਦੋਂ ਮਰੇਗਾ ਫਿਰ ਜੂਨੀਆਂ ਵਿੱਚ ਭਟਕੇਗਾ, ਫਿਰ ਜੂਨੀਆਂ 'ਚ ਭਟਕੇਗਾ। ਇਸ ਕਰਕੇ ਆਪਣੀ ਭਟਕਣਾ ਨੂੰ ਖਤਮ ਕਰੋ। ਕਿਵੇਂ? ਗੁਰੂ ਦੇ ਸ਼ਬਦ ਨਾਲ ਜੁੜ ਕੇ। ਇਹ ਸੱਚੀ ਆਰਤੀ ਕਰਨੀ ਸਿੱਖੋ ਭਗਤ ਸੈਣ ਜੀ ਕੋਲੋਂ। ਕਹਿੰਦੇ ਦੇਖੋ, ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਵਾਸਤੇ ਤੇਰੀ ਯਾਦ ਵਿੱਚ ਜੁੜਨਾ, ਤੇਰਾ ਸਿਮਰਨ ਕਰਨਾ ਹੀ ਮੇਰੇ ਵਾਸਤੇ ਆਰਤੀ। ਮੈਂ ਤਾਂ ਇਹੀ ਆਰਤੀ ਕਰਦਾ, ਤੇਰੀ ਯਾਦ ਵਿੱਚ ਜੁੜਨਾ ਹੀ ਮੇਰੇ ਲਈ, ਮੈਂ ਇਹੀ ਦੀਵਾ ਜਗਾਉਣਾ, ਇਹੀ ਇਸ ਦੀਵੇ ਦੇ ਵਿੱਚ ਬੱਤੀ ਹੈ ਪਵਿੱਤਰ। ਤੂੰ ਹੀ ਨਰੰਜਨ ਕਮਲਾ ਪਾਤੀ, ਰਾਮਾ ਭਗਤ ਰਾਮਾ ਆਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਦੇਖੋ, ਜੋ ਮਨੁੱਖ ਉਹ ਪੂਰਨ ਪਰਮ ਆਨੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ, ਪੂਰਨ ਜਿਹੜਾ ਪੂਰਾ ਅਕਾਲ ਪੁਰਖ ਵਾਹਿਗੁਰੂ, ਜਿਸ ਨੂੰ ਕੋਈ ਰਾਮ ਕਹਿੰਦਾ, ਅੱਲਾ ਕਹਿੰਦਾ, ਹਰੀ ਕਹਿੰਦਾ, ਗੋਬਿੰਦ ਕਹਿੰਦਾ, ਹੈ ਤਾਂ ਇੱਕ ਉਹ ਸਾਡੇ ਸਾਰਿਆਂ ਦਾ ਸਾਂਝਾ ਰੱਬ ਆ। ਜਿਹੜਾ ਉਹਦੇ ਗੁਣ ਗਾਉਂਦਾ, ਜਿਹੜਾ ਉਹਦੇ ਨਾਲ ਜੁੜ ਜਾਂਦਾ ਗੁਰੂ ਦੇ ਸ਼ਬਦ ਰਾਹੀਂ, ਕਹਿੰਦੇ ਰਾਮਾ ਭਗਤ ਰਾਮਾਨੰਦ ਜਾਣੈ। ਉਸ ਪ੍ਰਭੂ ਦੀ ਭਗਤੀ ਕਰਕੇ ਰਾਮਾਨੰਦ, ਉਹ ਅਕਾਲ ਪੁਰਖ ਵਾਹਿਗੁਰੂ ਉਸ ਪ੍ਰਭੂ ਦੇ ਨਾਲ ਡੂੰਘੀ ਸਾਂਝ ਪਾ ਲੈਂਦਾ, ਉਸ ਨੂੰ ਜਾਣ ਲੈਂਦਾ ਹੈ, ਉਹਦੇ ਨਾਲ ਮਿਲਾਪ ਕਰ ਲੈਂਦਾ ਹੈ। ਜਿਹੜਾ ਗੁਰੂ ਦੇ ਸ਼ਬਦ ਰਾਹੀਂ ਉਸ ਪ੍ਰਭੂ ਨੂੰ ਪਛਾਣ ਲੈਂਦਾ ਹੈ, ਉਹਦਾ ਉਸ ਰੱਬ ਨਾਲ ਮੇਲ ਹੋ ਜਾਂਦਾ ਹੈ, ਉਹਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਇਹ ਹੈ ਸੱਚੀ ਆਰਤੀ, ਗੁਰੂ ਦੇ ਸ਼ਬਦ ਨੂੰ ਵਿਚਾਰਨਾ। ਕਹਿੰਦੇ ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਜੋ ਮਨੁੱਖ ਪੂਰਨ ਪਰਮ ਆਨੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਹਦੀ ਯਾਦ ਵਿੱਚ ਜੁੜਦਾ ਹੈ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰ ਕਰਕੇ, ਉਹਦੀ ਯਾਦ ਵਿੱਚ ਜੁੜ ਕੇ ਉਸ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਆਖਰੀ ਪੰਕਤੀਆਂ, ਮਦਨ ਮੂਰਤ ਭੈ ਤਾਰ ਗੋਬਿੰਦੇ, ਸੈਣ ਭਣੈ ਭਜ ਪਰਮਾਨੰਦੇ। ਭਗਤ ਸੈਣ ਜੀ ਫਰਮਾਨ ਕਰਦੇ ਹਨ, ਜੋ ਮਨੁੱਖ ਉਸ ਪਰਮ ਆਨੰਦ ਪ੍ਰਭੂ ਦਾ ਸਿਮਰਨ ਕਰਦਾ, ਉਹ ਪ੍ਰਭੂ ਮਦਨ ਮੂਰਤ, ਜਿਸ ਦਾ ਸਰੂਪ ਮਨ ਨੂੰ ਮੋਹ ਲੈਣ ਵਾਲਾ, ਜੋ ਇਸ ਸੰਸਾਰ ਸਮੁੰਦਰ ਤੋਂ ਤਾਰ ਦੇਣ ਵਾਲਾ ਹੈ, ਸਾਰੀ ਪ੍ਰਿਥਵੀ ਦਾ ਮਾਲਕ ਹੈ। ਹੇ ਭਾਈ, ਉਸ ਪ੍ਰਭੂ ਨੂੰ ਸਿਮਰੋ, ਜਿਹੜਾ ਸਭ ਤਰ੍ਹਾਂ ਦੇ ਡਰ ਦੂਰ ਕਰਨ ਵਾਲਾ ਹੈ, ਮਨ ਨੂੰ ਮੋਹ ਲੈਣ ਵਾਲਾ ਹੈ, ਜਿਸ ਦਾ ਦਰਸ਼ਨ ਕਰਕੇ ਮਸਤੀ ਚੜ੍ਹਦੀ ਹੈ, ਜਿਹੜਾ ਸਾਰੇ ਡਰ ਦੂਰ ਕਰਨ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ। ਹੇ ਸੈਣ, ਕੇਵਲ ਉਸ ਪ੍ਰਭੂ ਦਾ ਹੀ ਸਿਮਰਨ ਕਰ, ਕੇਵਲ ਉਸ ਪ੍ਰਭੂ ਦੀ ਹੀ
याद विच जोड़, ਉਹਦੇ गुण गा, ਉਹਦੇ गुण गाने, ਉਹਦੀ याद विच जुड़ना ही सच्ची आरती है। देखो ये आरती किवें करते हैं भगत सैन जी, अपने शब्द भी दस्या। उधर आपां ने विचार कीती सी भगत रविदास जी के शब्द की, वो भी इदां दी उन्होंने भी यही आरती की है। भगत रविदास जी ने भी वो की कह रहे हैं, नाम तेरो आरती मजन मुरारे, हर के नाम बिन झूठे सगल पसारे रहो। नाम तेरो आसनो, नाम तेरो उर्सा, नाम तेरा केसरो ले छटकारे। नाम तेरा अम्बुला, नाम तेरो चंदनो, कस जपे नाम ले तुझे को चारे। नाम तेरा दीवा, नाम तेरो बाती, नाम तेरो तेल ले माहे पसारे। नाम तेरे की जोत लगाई, भयो उजियारो भवन सगलारे। नाम तेरो तागा, नाम फूल माला, भार 18 सगल जुठारे। तेरो किया तुझे क्या अर्पू, नाम तेरा तू ही चवर टोलारे। 10 अठा 8 सठे चारे खानी, यह वर्तन है सगल संसारे। कहे रविदास नाम तेरो आरती, सत नाम है हर भोग तुहारे। देखो भगत रविदास जी भी यही कहने, तेरा नाम ही सब कुछ है, तेरा नाम ही दीवा है, मैं तेरे नाम की वो जोत लगाना। वो नाम सानू कित्थों मिलना है? वो नाम असी प्राप्त करना गुरु की बाणी पढ़ के, गुरु की बाणी नूं समझ समझ के, गुरु की बाणी नूं गा गा के, गुरु की बाणी नूं विचार विचार के। जिन्ना चिर असी गुरु की बाणी नूं विचारांगे नहीं, समझांगे नहीं, असी नाम की प्राप्ति नहीं कर सकांगे। जिन्ना चिर साडे हिरदे विच प्रभु का नाम नहीं टिकेगा, साडी भटकना खत्म नहीं हो सकेगी। असी भटकदी रहांगे, पहला इस जूनी विच भटकांगे, थां थां मत्थे टेकदे रहांगे, फिर मुड़ मुड़ के मरांगे, जम्मांगे, जम्मांगे मरांगे। ये साडा सिलसिला चलदा ही रहेगा। इस करके अपनी भटकना नूं खत्म करो, किवें? गुरु के शब्द नाल जुड़ के, गुरु की बाणी नाल जुड़ के। सो ये विचार सी। भुल्लां चुकां दी खिमा। वाहिगुरू जी का खालसा, वाहिगुरू जी की फतेह। सतनाम वाहिगुरू, सतनाम वाहिगुरू, सतनाम वाहिगुरू, सतनाम वाहिगुरू। सत